ਚਲੋ ਮੈਂ ਦੁਬਾਰਾ ਸਾਰਿਆਂ ਨੂੰ ਵੈਲਕਮ ਕਰਦਾ ਹੈਗਾ। ਹਰੀਸ਼ ਜੀ, ਰਮਨ ਜੀ, ASM ਸਾਹਿਬ, ਵਰਿੰਦਰ ਕੁਮਾਰ ਪਟਵਾਰੀ ਜੀ ਤੇ ਬਾਕੀ ਪਟਵਾਰੀ ਸਾਹਿਬਾਨ, ਮਨਿੰਦਰ ਜੀ, ਸੌਰਵ, ਜੈਦੀਪ, ਮਨਦੀਪ। ਤੇ ਇਹ ਆਪਾਂ ਅੱਜ ਜਿਹੜੀ ਇਹ ਮੀਟਿੰਗ ਹੈ ਆਪਣੀ ਤਹਿਸੀਲ ਵੈਸਟ ਦੀ, ਉਸ ਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਕਿ ਜਿਹੜਾ ਇੱਕ ਆਪਣਾ ਐਕਟ ਆਇਆ ਹੈਗਾ ਲਾਲ ਡੋਰੇ ਦੇ ਅੰਦਰ ਉਹ ਦੀ ਜ਼ਮੀਨ ਦੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਬਾਰੇ। ਉਸ ਦੇ ਵਿੱਚ ਇੱਕ ਐਕਟ ਵੀ ਹੈ 2021 ਦੇ ਵਿੱਚ ਆਇਆ ਤੇ ਉਹਦੇ ਰੂਲਸ ਵੀ ਆਏ ਹੈਗੇ ਆ। ਉਹਨੂੰ ਆਪਾਂ ਸ਼ੋਰਟ ਜੇ ਦੇ ਵਿੱਚ ਡਿਸਕਸ ਕਰ ਲੈਣੇ ਹੈਗੇ ਆ ਤੇ ਕੀ ਆਪਾਂ ਪ੍ਰੋਸੀਜਰ ਉਹਦੇ ਵਿੱਚ ਅਡਾਪਟ ਕਰ ਰਹੇ ਹੈਗੇ ਆ। ਬੇਸਿਕਲੀ ਉਹਦੇ ਵਿੱਚ ਜਿਹੜਾ ਪਹਿਲਾ ਸਟੈਪ ਇਹ ਹੈਗਾ ਕਿ ਆਪਾਂ ਜਿਹੜਾ ਲਾਲ ਡੋਰਾ ਜਿਹੜਾ ਕਿ ਆਪਣੇ ਰੈਵਨਿਊ ਰਿਕਾਰਡ ਦੇ ਵਿੱਚ ਆਪਣੇ ਲੱਠੇ ਦੇ ਵਿੱਚ ਮਾਰਕ ਹੁੰਦਾ ਹੈਗਾ, ਉਸ ਨੂੰ ਆਪਣਾ ਫੀਲਡ ਸਟਾਫ ਉੱਥੇ ਚੂਨਾ ਪਾ ਦਿੰਦਾ ਹੈਗਾ ਆਸੇ ਪਾਸੇ ਜਾ ਕੇ, ਤੇ ਫਿਰ ਇੱਕ ਡਰੋਨ ਜਿਹੜਾ ਇੱਕ ਥਰਡ ਪਾਰਟੀ ਦੀ ਹੈਲਪ ਲੈਣੇ ਆਪਾਂ, ਉਹ ਡਰੋਨ ਉਸ ਏਰੀਆ ਨੂੰ ਉੱਪਰੋਂ ਦੀ ਕੈਪਚਰ ਕਰਦਾ ਹੈਗਾ। ਤਾਂ ਕੈਪਚਰ ਕਰਕੇ ਉਹ ਉਸਦਾ ਇੱਕ ਮੈਪ ਤਿਆਰ ਕਰਦਾ ਹੈਗਾ। ਤਾਂ ਮੈਪ ਦੇ ਵਿੱਚ ਜਿਹੜੇ ਜਿਹੜੇ ਉੱਥੇ ਡਰੋਨ ਨੂੰ ਲੱਗਦਾ ਹੈਗਾ ਕਿ ਇਹ ਘਰ ਬਣੇ ਹੋਏ ਆ, ਜਿਵੇਂ ਆਪਾਂ ਗੂਗਲ ਮੈਪਸ ਤੇ ਦੇਖਦੇ ਹੈਗੇ, ਸੈਟੇਲਾਈਟ ਵਿਊ ਦੇ ਵਿੱਚ ਦੇਖਦੇ ਆ, ਤਾਂ ਉਹਦੇ ਅਕੋਰਡਿੰਗਲੀ ਉਹ ਇੱਕ ਆਪਦਾ ਘਰਾਂ ਨੂੰ ਨੰਬਰ ਮਾਰਕਿੰਗ ਕਰ ਦਿੰਦਾ ਹੈ ਤੇ ਆਪਣੇ ਕੋਲੇ ਮੈਪ, ਫਸਟ ਮੈਪ ਉਸਦਾ ਆ ਜਾਂਦਾ ਹੈ। ਤਾਂ ਉਹ ਫਸਟ ਮੈਪ ਨੂੰ ਫਿਰ ਆਪਾਂ ਕੀ ਕਰਨਾ ਹੁੰਦਾ ਹੈ, ਇਸ ਐਕਟ ਦੇ ਵਿੱਚ ਕੁਝ ਸਰਵੇ ਆਫੀਸਰਸ ਆਪਾਂ ਲਗਾਣੇ ਹੁੰਦੇ ਆ, ਜਿਹੜੇ ਕਿ ਆਪਣੇ ਪਟਵਾਰੀ ਹੋ ਸਕਦੇ ਹੈਗੇ ਆ, ਜਾਂ ਈਵਨ ਕਾਰਪੋਰੇਸ਼ਨ ਦੇ ਬੰਦੇ ਵੀ ਹੋ ਸਕਦੇ ਹੈਗੇ ਆ, ਜਿਹੜੇ ਉਹਨਾਂ ਦੇ ਬਿਲਡਿੰਗ ਇੰਸਪੈਕਟਰਸ ਹੋ ਸਕਦੇ ਆ। ਤਾਂ ਉਹ ਕੀ ਕਰਦੇ ਆ ਕਿ ਉਹ ਜਾ ਕੇ ਲੋਕਲੀ ਵਿਜ਼ਿਟ ਕਰਕੇ ਘਰ ਤੋਂ ਘਰ ਉਹ ਉਸ ਨੂੰ ਦੇਖਦੇ ਹੈਗੇ ਆ। ਪਹਿਲੀ ਚੀਜ਼ ਉਹ ਇਹ ਦੇਖਦੇ ਆ ਵੀ ਇਸ ਘਰ ਦੀਆਂ ਡਾਇਮੈਂਸ਼ਨ ਜਿਹੜੀਆਂ ਸਹੀ ਆਈਆਂ। ਕਈ ਵਾਰੀ ਕੀ ਹੁੰਦਾ ਕਿ ਡਰੋਨ ਨੂੰ ਇਹ ਨਹੀਂ ਆਇਡੈਂਟੀਫਾਈ ਹੁੰਦਾ, ਉਹ ਜਿਹੜਾ ਘਰ ਦਾ ਵਿਹੜਾ ਹੁੰਦਾ ਉਹਨੂੰ ਅਲੱਗ ਘਰ ਚੱਕ ਲੈਂਦਾ, ਘਰ ਜਿਹੜਾ ਬਣਿਆ ਹੋਇਆ ਹੁੰਦਾ ਉਹਨੂੰ ਅਲੱਗ ਘਰ ਚੱਕ ਲੈਂਦਾ। ਤਾਂ ਕਈ ਵਾਰੀ ਇੱਕ ਘਰ ਦੇ 3 ਪਾਰਟਸ ਵੀ ਬਣ ਜਾਂਦੇ ਆ। ਕਈ ਵਾਰੀ ਜਿਹੜਾ ਹੁੰਦਾ ਹੈਗਾ 2 ਘਰਾਂ ਨੂੰ ਮਿਲਾ ਕੇ ਵੀ ਉਹ ਇੱਕ ਸ਼ੋਅ ਕਰ ਦਿੰਦਾ, ਜੇ ਮੰਨ ਲਓ ਉਹਨਾਂ ਦੀਆਂ ਛੱਤਾਂ ਇੱਕੋ ਜਿਹੀਆਂ ਹੋਣ, ਇਕੱਠੀਆਂ ਹੋਣ, ਕਿਉਂਕਿ ਉਹਨੇ ਛੱਤ ਦੇ ਅਕੋਰਡਿੰਗਲੀ ਚੱਕਣਾ ਹੈਗਾ ਉੱਪਰੋਂ। ਫਿਰ ਆਪਣਾ ਜਿਹੜਾ ਬੰਦਾ ਸਰਵੇ ਆਫੀਸਰ ਜਿਹੜਾ ਜਾਂਦਾ, ਜਿਹੜਾ ਕਿ ਪਟਵਾਰੀ ਜਾਂ ਕਾਰਪੋਰੇਸ਼ਨ ਦਾ ਬੰਦਾ ਹੁੰਦਾ, ਤਾਂ ਉਹ ਉਸ ਮੌਕੇ ਦੇ ਉੱਤੇ ਜਾ ਕੇ ਦੇਖਦਾ ਵੀ ਇਹ ਘਰ ਦੀਆਂ ਡਾਇਮੈਂਸ਼ਨ ਸਹੀ ਹੈਗੀਆਂ, ਜਿਹੜੀ ਯੂਨਿਟ ਉਹਨਾਂ ਨੇ ਚੱਕੀ ਹੈ ਸਹੀ ਚੱਕੀ ਹੈ, ਤੇ ਸੈਕੰਡਲੀ ਇਸ ਘਰ ਦੇ ਵਿੱਚ ਕੌਣ ਰਹਿ ਰਿਹਾ ਹੈਗਾ, ਕੌਣ ਇਹਦਾ ਮਾਲਕ ਹੈਗਾ। ਤਾਂ ਉਹ ਘਰ ਦੇ ਵਿੱਚ ਪੁੱਛ-ਗਿੱਛ ਦੇ ਆਧਾਰ ਤੇ ਹੀ ਉਹਦੀ ਰਿਪੋਰਟ ਤਿਆਰ ਕਰਦਾ ਹੈਗਾ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਕਿ ਉਹਦੀਆਂ ਜਿਹੜੀਆਂ ਵੀ ਕਰੈਕਸ਼ਨ ਆਪਾਂ ਨੂੰ ਸਰਵੇ ਆਫੀਸਰ ਦੱਸਦੇ ਜਾਂ ਆਪਣੇ ਰਿਕਾਰਡ ਮੁਤਾਬਕ ਜਿਹੜੀਆਂ ਕਰੈਕਸ਼ਨ ਹੋਣੀਆਂ ਹੁੰਦੀਆਂ, ਉਹ ਆਪਾਂ ਉਹਦੇ ਵਿੱਚ ਕਰੈਕਸ਼ਨ ਕਰ ਦਿੰਦੇ ਆ ਵੀ ਇਹਦੇ ਵਿੱਚ ਇਹ 2 ਘਰ ਨਹੀਂ, ਇਹ 1 ਘਰ ਹੈ, ਜਾਂ ਇਹ 1 ਘਰ ਨਹੀਂ, ਇਹ 2 ਘਰ ਹੈ। ਤਾਂ ਉਵੇਂ ਆਪਾਂ ਉਹਨਾਂ ਨੂੰ ਕਰਕੇ ਤੇ ਇਹਦੇ ਵਿੱਚ ਕੌਣ ਕੌਣ ਰਹਿੰਦਾ ਹੈਗਾ ਉਹ ਇੱਕ ਆਪਾਂ ਉਸ ਦੀ ਪਹਿਲਾਂ ਸਰਵੇ ਆਫੀਸਰ ਆਪਾਂ ਨੂੰ ਦਿੰਦਾ ਹੈਗਾ ਬਣਾ ਕੇ ਕਿ ਇਹ ਚੀਜ਼ ਮੈਂ ਫਾਈਂਡ ਆਊਟ ਕੀਤੀ। ਤਾਂ ਉਹ ਫਾਰਮ A ਹੋ ਜਾਂਦਾ ਹੈਗਾ। ਫਿਰ ਇੱਕ ਫਾਰਮ B ਹੁੰਦਾ ਹੈ ਜਿਹਦੇ ਵਿੱਚ ਆਪਾਂ ਜਿਹੜੇ ਵੀ ਕੋਈ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਆਪਣੇ ਏਰੀਏ ਦੇ ਮੁਤਾਬਕ ਉਹ ਉਹਦਾ ਰਿਕਾਰਡ ਤਿਆਰ ਕਰਦੇ ਆ ਵੀ ਇਹ ਵਾਲੇ ਘਰ ਦੇ ਵਿੱਚ ਇਹ ਬੰਦਾ ਰਹਿ ਰਿਹਾ, ਇਹ ਵਾਲੇ ਘਰ ਦੇ ਵਿੱਚ ਇਹ ਬੰਦਾ ਰਹਿ ਰਿਹਾ। ਉਸ ਨੂੰ ਫਾਰਮ B ਦੇ ਵਿੱਚ, ਉਹ ਫਾਰਮ ਨੰਬਰ B ਆ ਗਿਆ ਹੁਣ, ਉਹਦੇ ਵਿੱਚ ਉਹਦੀ ਰਿਪੋਰਟ ਬਣਾ ਕੇ ਉਹਨਾਂ ਨੇ ਉਹਦੀ ਚਸਪਾਨਗੀ ਕਰਨੀ ਹੁੰਦੀ ਹੈਗੀ ਪਬਲਿਕ ਪਲੇਸ ਦੇ ਉੱਤੇ। ਤਾਂ ਪਬਲਿਕ ਪਲੇਸ ਦੇ ਉੱਤੇ ਚਸਪਾਨਗੀ ਕਰਦੇ ਆ ਤੇ ਉਹਦੇ 90 ਦਿਨਾਂ ਦਾ ਟਾਈਮ ਦਿੰਦੇ ਹੈਗੇ ਵੀ ਜਿਹਨੂੰ ਵੀ ਕੋਈ ਇਸ ਦੇ ਵਿੱਚ ਇਤਰਾਜ਼ ਹੈਗਾ ਉਹ ਇਹਦਾ ਇਤਰਾਜ਼ ਦੇ ਦੇ। ਤਾਂ ਉਹ ਲੋਕ ਜਿਹਨੂੰ ਵੀ ਕੋਈ ਇਤਰਾਜ਼ ਹੈ, ਜਿਹਨੂੰ ਕੋਈ ਮਾਲਕੀ ਦੇ ਰਿਲੇਟਡ ਹੈ ਜਾਂ ਡਾਇਮੈਂਸ਼ਨ ਦੇ ਰਿਲੇਟਡ ਹੈ ਵੀ ਸਾਡਾ ਏਰੀਆ ਘੱਟ ਵੱਧ ਹੋ ਗਿਆ, ਉਹ ਆਪਾਂ ਨੂੰ ਉਹਦੀਆਂ ਸਬਮਿਟ ਕਰੂਗਾ ਆਪਦੀਆਂ ਜਿਹੜੀਆਂ ਵੀ ਆਬਜੈਕਸ਼ਨਸ ਹੈਗੀਆਂ। ਤਾਂ ਇੱਕ ਤਰ੍ਹਾਂ ਸੋਸ਼ਲ ਆਡਿਟ ਇਹਨੂੰ ਕਹਿ ਦਿੰਦੇ ਵੀ ਆਮ ਲੋਕਾਂ ਦੇ ਵਿੱਚ ਡਿਸਪਲੇ ਕਰਤਾ, ਤਾਂ ਕੋਈ ਵੀ ਉਹਦੇ ਤੇ ਇਤਰਾਜ਼ ਦੇ ਸਕਦਾ ਹੈਗਾ। ਤੇ ਜਿਹੜੇ ਵੀ ਕੋਈ ਇਤਰਾਜ਼ ਆਣਗੇ ਉਹਨੂੰ ਫਿਰ SDM ਸਾਹਿਬ ਅੱਗੇ ਸੁਣ ਕੇ ਉਹਨਾਂ ਦੇ ਇਤਰਾਜ਼ਾਂ ਨੂੰ ਅੱਗੇ ਉਸ ਨੂੰ ਡਿਸਾਈਡ ਕਰਨਗੇ। ਉਸ ਦੀ ਫਰਦਰ ਅਪੀਲ DC ਸਾਹਿਬ ਕੋਲ ਵੀ ਪੈ ਸਕਦੀ ਹੈਗੀ ਹੈ। ਤੇ ਜਦੋਂ ਇਹ ਸਾਰੇ ਡਿਸਪਿਊਟਸ ਖਤਮ ਹੋ ਜਾਂਦੇ ਹੈਗੇ ਆ, ਜਦੋਂ ਸਾਰਾ ਫਾਈਨਲੀ ਡਿਸਾਈਡ ਹੋ ਜਾਊਗਾ, ਤਾਂ ਫਿਰ ਇਸ ਦੀ ਆਪਾਂ ਇੱਕ ਜਮਾਬੰਦੀ ਪ੍ਰੀਪੇਅਰ ਕਰਾਂਗੇ, ਰਿਕਾਰਡ ਆਫ ਰਾਈਟਸ ਪ੍ਰੀਪੇਅਰ ਕਰਾਂਗੇ। ਤਾਂ ਉਹ ਜਮਾਬੰਦੀ ਜਿਹੜੀ ਹੈ ਉਹ ਚਲੋ ਆਪਣਾ ਜਿਹੜੀ ਆਲਰੇਡੀ ਐਗਜ਼ਿਸਟਿੰਗ ਜਮਾਬੰਦੀ ਉਹਦੇ ਨਾਲ ਜੁੜ ਸਕਦੀ ਹੈ ਜਾਂ ਇੱਕ ਅਲੱਗ ਜਮਾਬੰਦੀ ਦੇ ਰੂਪ ਵਿੱਚ ਰਹਿ ਸਕਦੀ ਹੈ। ਤਾਂ ਉਹ ਬੰਦਿਆਂ ਨੂੰ ਸਾਰੇ ਮਾਲਕਾਨਾ ਹੱਕ ਮਿਲ ਜਾਣਗੇ। ਇਸ ਦੇ ਵਿੱਚ ਜਿਹੜੀ ਆਪਾਂ ਹੁਣ ਸਰਟੀਫਿਕੇਟ ਸਨਦ ਜਾਰੀ ਕਰ ਰਹੇ ਹਾਂ, ਐਜ਼ ਇਟ ਇਜ਼ ਉਹਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਇਸ ਦੇ ਵਿੱਚ, ਨਾ ਐਕਟ ਦੇ ਵਿੱਚ ਨਾ ਰੂਲ ਦੇ ਵਿੱਚ। ਪਰ ਆਪਾਂ ਚਲੋ ਲੋਕਾਂ ਨੂੰ ਦੱਸਣ ਦੇ ਲਈ ਵੀ ਅਸੀਂ ਤੁਹਾਡਾ ਇਹ ਚੀਜ਼ ਕਰ ਰਹੇ ਹਾਂ। ਤਾਂ ਆਪਾਂ ਸੋਰਟ ਆਫ ਜਿਹੜਾ ਫਾਰਮ B ਹੈ ਆਪਣਾ, ਜਿਹੜੇ ਕਿ ਆਪਾਂ ਪਬਲਿਕਲੀ ਡਿਸਪਲੇ ਕਰਨਾ ਹੈਗਾ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ, ਆਪਾਂ ਉਹ ਪਾਰਟਿਕੂਲਰ ਹਰ ਇੱਕ ਘਰ ਵਾਲੇ ਨੂੰ ਵੀ ਉਹਦਾ ਭਰ ਕੇ ਸਰਟੀਫਿਕੇਟ ਬਣਾ ਕੇ ਦੇ ਰਹੀ ਹੈਗੀਆਂ। ਤੇ ਨਾਲ ਉਹਨੂੰ ਲਿਖ ਕੇ ਦੇ ਰਹੇ ਆ ਵੀ ਇਹਦੇ ਵਿੱਚ 90 ਦਿਨਾਂ ਦੇ ਵਿੱਚ ਜੇ ਤੈਨੂੰ ਕੋਈ ਇਤਰਾਜ਼ ਹੈ, ਜੋ ਤੁਹਾਨੂੰ ਇਸ ਦੇ ਰਿਲੇਟਡ ਕੋਈ ਇਤਰਾਜ਼ ਹੈ, ਕੋਈ ਤੁਹਾਡਾ ਏਰੀਆ ਘੱਟ ਵੱਧ ਹੈ ਜਾਂ ਮਾਲਕੀ ਦੇ ਰਿਲੇਟਡ ਕੋਈ ਇਤਰਾਜ਼ ਹੈ, ਤਾਂ ਤੁਸੀਂ ਦੇ ਸਕਦੇ ਹੋ। ਤਾਂ ਬੇਸਿਕਲੀ ਉਸ ਨੂੰ ਆਪਾਂ ਸਨਦ ਸਰਟੀਫਿਕੇਟ ਕਹਿ ਰਹੇ ਹੈਗੇ ਆ। ਤਾਂ ਜਦੋਂ 90 ਦਿਨਾਂ ਦੇ ਵਿੱਚ ਜਿਹੜੇ ਵੀ ਕੋਈ ਇਤਰਾਜ਼ ਆਣਗੇ,
ਆਪਾਂ ਇਹਦੇ ਨਾਲ ਪੈਰਲਲੀ ਕੀ ਕਰਾਂਗੇ ਕਿ ਜਿਹੜੀਆਂ ਆਪਣੀਆਂ ਲਿਸਟਾਂ ਬਣ ਜਾਣਗੀਆਂ, ਜਿਵੇਂ ਹੁਣ ਤਕਰੀਬਨ 500 ਦੇ ਕਰੀਬ ਸਿਗਨੇਚਰ ਕੱਲ ਮੈਂ ਕੀਤੇ ਹੈਗੇ ਉਹਨਾਂ ਸਰਟੀਫਿਕੇਟਸ ਦੇ ਉੱਤੇ। ਉਹ ਸਰਟੀਫਿਕੇਟਸ ਦੇ ਵਿੱਚ ਅਸੀਂ ਕੀ ਕੀਤਾ ਕਿ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਰੱਖਣ ਦੇ ਲਈ ਅਸੀਂ 6 ਬੰਦਿਆਂ ਦੇ ਸਿਗਨੇਚਰ ਬਣਾਏ ਆ। ਉਸ ਦੇ ਨੀਚੇ ਸਭ ਤੋਂ ਪਹਿਲਾਂ MC ਦੇ ਸਿਗਨੇਚਰ ਹੈ, ਤਾਂ ਉਹ ਕਾਰਪੋਰੇਸ਼ਨ ਜਿਹੜਾ ਉਹ ਆਇਡੈਂਟੀਫਾਈ ਇੱਕ ਤਰ੍ਹਾਂ ਕਰ ਰਿਹਾ ਵੀ ਹਾਂ ਇਹ ਬੰਦਾ ਇੱਥੇ ਰਹਿੰਦਾ ਹੈਗਾ ਤੇ ਇਹਦੇ ਮਾਲਕੀ ਦੇ ਹੱਕ ਹੈਗੇ ਆ, ਤਾਂ ਕਿਉਂਕਿ MC ਲੋਕਲ ਸਾਰੇ ਬੰਦਿਆਂ ਨੂੰ ਜਾਣਦਾ ਹੁੰਦਾ। ਸੈਕੰਡਲੀ ਫਿਰ ਆਪਣੇ ਜਿਹੜੇ ਹੈਗੇ ਆ ਕਾਰਪੋਰੇਸ਼ਨ ਦੇ ਬੰਦੇ ATP ਤੇ MTP, ਕਿਉਂਕਿ ਉਹਨਾਂ ਨੇ ਉਹ ਰਿਕਾਰਡ ਸਾਰਾ ਵੈਰੀਫਾਈ ਕੀਤਾ, ਉਹਨਾਂ ਕੋਲ ਉਹਨਾਂ ਦੀਆਂ ਟੀਮਸ ਨੇ ਕੀਤਾ, ਤਾਂ ਉਹ ਆਪਾਂ ਨੂੰ ਉਹ ਸਾਈਨ ਕਰਕੇ ਦੇ ਰਹੇ ਆ ਵੀ ਅਸੀਂ ਜਿਹੜਾ ਭਰਿਆ ਹੈਗਾ ਉਹ ਬਿਲਕੁਲ ਸਹੀ ਭਰਿਆ ਹੈਗਾ। ਫਿਰ ਆਪਣੇ ਪਟਵਾਰੀਜ਼ ਦੀਆਂ ਟੀਮਾਂ ਉੱਥੇ ਗਈਆਂ, ਜਿਵੇਂ ਵਰਿੰਦਰ ਜੀ ਹੈਗੇ ਆ, ਤਾਂ ਇਹਨਾਂ ਨੇ ਬੜੇ ਐਕਟਿਵਲੀ, ਇਹ ਖੁਦ ਇਹਨਾਂ ਕੋਲ ਹੈਬੋਵਾਲ ਦਾ ਏਰੀਆ ਸੀਗਾ, ਇਹਨਾਂ ਨੇ ਕੱਲੇ ਜਿਹੜਾ ਵੀ ਉਹਨਾਂ ਨੇ ਰਿਕਾਰਡ ਬਣਾਇਆ ਸੀ ਉਸ ਕੱਲੇ ਦੀ ਵੈਰੀਫਿਕੇਸ਼ਨ ਕੀਤੀ ਹੈ ਜਾ ਕੇ, ਈਵਨ ਮੇਜਰਮੈਂਟ ਵੀ ਕੀਤਾ। ਇਹ ਸਵੇਰੇ ਮਤਲਬ ਅਸੀਂ 9 ਵਜੇ ਦਾ ਟਾਈਮ ਰੱਖਿਆ ਸੀ, ਪੌਣੇ 9 ਵਜੇ ਉੱਥੇ ਪਹੁੰਚ ਗਏ ਸੀ, ਤੇ ਇਹਨਾਂ ਨੇ ਜਾ ਕੇ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਮਿਲ ਕੇ ਹਰ ਇੱਕ ਚੀਜ਼ ਵੈਰੀਫਾਈ ਕੀਤੀ, ਜਿੱਥੇ ਕਰੈਕਸ਼ਨ ਦੀ ਲੋੜ ਸੀ ਉਹ ਕਰੈਕਸ਼ਨਾਂ ਕੀਤੀਆਂ। ਉਦੋਂ ਬਾਅਦ ਜਿਹੜੇ ਕੁਝ ਲੋਕਾਂ ਦਾ ਏਰੀਆ ਘਟਦਾ ਸੀ ਉਹ ਏਰੀਆ ਵਧਾਇਆ, ਜਾਂ ਕਿਸੇ ਦਾ ਕੁਝ ਗਲਤ ਲਿਖਿਆ ਗਿਆ ਸੀ ਤਾਂ ਉਹਨੂੰ ਕਰੈਕਟ ਕੀਤਾ। ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹ ਸਰਟੀਫਿਕੇਟਸ ਭਰ ਕੇ ਸਾਨੂੰ ਦੇਤੇ, ਪਟਵਾਰੀ ਜਿਹੜੇ ਆਪਣੇ ਸੀਗੇ ਕੰਸਰਨਡ ਉਹਨਾਂ ਨੇ ਸਾਈਨ ਕਰਤੇ। ਉਸ ਤੋਂ ਬਾਅਦ ਜਿਹੜੇ ਕਾਨਗੋ ਸਰਕਲ ਦੇ ਵਿੱਚ ਆਉਂਦੇ ਸੀ ਉਹਨਾਂ ਨੇ ਸਾਈਨ ਕਰਤੇ। ਉਸ ਤੋਂ ਬਾਅਦ CRO ਕੰਸਰਨਡ ਕੱਲ ਜਿਹੜੇ ਅਸੀਂ ਸਾਈਨ ਕੀਤੇ, ਕੁਝ ਹਰੀਸ਼ ਜੀ ਦੇ ਸੀਗੇ, ਕੁਝ ਮੇਰੇ ਸੀਗੇ, ਪਰ ਹਰੀਸ਼ ਜੀ ਕੱਲ ਛੁੱਟੀ ਦੇ ਹੋਣ ਕਰਕੇ ਮੈਂ ਇੱਕ ਵਾਰੀ ਉਹ ਸਾਰੇ ਸਿਗਨੇਚਰਸ ਕਰਕੇ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਦੇ ਲਈ ਦੇਤਾ ਹੈਗਾ। ਤਾਂ ਬੇਸਿਕਲੀ ਇਹਦੇ ਵਿੱਚ ਫਿਰ ਉਹ ਕਲੈਕਟਿਵ ਬੇਸਿਕਲੀ ਜਿਹੜਾ ਆਪਾਂ ਸਰਟੀਫਿਕੇਟ ਇਸ਼ੂ ਕਰ ਰਹੇ ਹਾਂ, ਤਾਂ ਟੈਕਨੀਕਲੀ ਜਸਟ ਉਹ ਇੱਕ ਪਬਲਿਕ ਨੂੰ ਆਪਾਂ ਦੱਸ ਰਹੇ ਹਾਂ ਵੀ ਇਹ ਪ੍ਰੋਸੈਸ ਸ਼ੁਰੂ ਹੋ ਗਈ ਹੈ, ਤੇ ਜੇ ਕੋਈ ਤੁਹਾਡਾ ਇਤਰਾਜ਼ ਹੈ ਇਸ ਦੇ ਰਿਲੇਟਡ ਤਾਂ ਤੁਸੀਂ 90 ਦਿਨਾਂ ਦੇ ਵਿੱਚ ਦੇ ਸਕਦੇ ਹੋ। ਤਾਂ ਆਈ ਥਿੰਕ ਇਹਦੇ ਵਿੱਚ ਇੱਕ ਵਧੀਆ ਚੀਜ਼ ਵੀ ਹੈ, ਆਮ ਲੋਕਾਂ ਦਾ ਫਾਇਦਾ ਵੀ ਹੈ, ਕਿਉਂਕਿ ਮਾਲਕ ਤਾਂ ਉਹ ਹੈਗੇ ਹੀ ਹੈ ਜਿਹੜੇ ਇੰਨੇ ਸਾਲਾਂ ਦੇ ਰਹਿ ਰਹੇ ਆ, ਜਸਟ ਆਪਾਂ ਇੱਕ ਲੋਕਾਂ ਦਾ ਫਾਇਦਾ ਕਰ ਰਹੇ ਹੈਗੇ ਵੀ ਉਹਨਾਂ ਨੂੰ ਮਾਲਕੀ ਬਣਾ ਕੇ ਦੇ ਰਹੇ ਹੈਗੇ ਆ, ਤਾਂ ਕਿ ਅੱਗੇ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਡਿਸਪਿਊਟਸ ਖਤਮ ਹੋ ਜਾਣ, ਅੱਗੇ ਉਹ ਜੇ ਕੋਈ ਲੋਨ ਲੈਣਾ ਚਾਹੁੰਦੇ ਉਸ ਘਰ ਤੇ ਲੋਨ ਲੈ ਸਕਣ। ਤਾਂ ਬੜਾ ਮੈਂ ਜਿਹੜਾ ਐਕਟ ਪੜ੍ਹਿਆ, ਰੂਲਸ ਪੜ੍ਹੇ, ਤਾਂ ਮੈਨੂੰ ਬੜੇ ਵਧੀਆ ਲੱਗੇ। ਤਾਂ ਇਹ ਠੀਕ ਹੈ ਸਾਰੇ, ਲਾਈਕ ਇਹਦੇ ਵਿੱਚ ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਤੇ ਜਦੋਂ ਆਪਾਂ ਲੋਕਾਂ ਨੂੰ 90 ਦਿਨਾਂ ਦਾ ਇਤਰਾਜ਼ ਦਾ ਟਾਈਮ ਦਿੱਤਾ ਤਾਂ ਆਈ ਥਿੰਕ ਉਹ ਸਾਰੀ ਜਿਹੜੀ ਵੀ ਹੋਊਗਾ ਉਹ ਠੀਕ ਮਾਲਕੀ ਬਣ ਜੂਗੀ। ਕਿਸੇ ਨੂੰ ਜਿਹੜਾ ਹੈਗਾ, ਸਾਰੇ ਬੰਦੇ ਮੈਂ ਦੇਖਿਆ ਬੜੇ ਮੋਟੀਵੇਟਿਡ ਸੀਗੇ, ਪਟਵਾਰੀਜ਼ ਵੀ, ਕਨਗੋਜ਼ ਵੀ, ਆਪਣੇ ਈਵਨ ਕਾਰਪੋਰੇਸ਼ਨ ਦਾ ਸਟਾਫ ਵੀ, ਕਿਸੇ ਨੇ ਵੀ ਕੋਈ ਏਦਾਂ ਕਿੰਤੂ ਪਰੰਤੂ ਨਹੀਂ ਕੀਤਾ, ਬਲਕਿ ਬੜੀ ਜਲਦੀ 1-2 ਦਿਨਾਂ ਦੇ ਵਿੱਚ ਹੀ ਅਸੀਂ 500 ਸਰਟੀਫਿਕੇਟਸ ਤਿਆਰ ਕਰਤੇ। ਤਾਂ ਇਸ ਤੋਂ ਬਾਅਦ ਵੀ ਜਿਵੇਂ ਜਿਵੇਂ ਅੱਗੇ ਪ੍ਰੋਸੈਸ ਚੱਲਦੀ ਰਹੂਗੀ ਤਾਂ ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਜੂਗਾ। ਤਾਂ ਇਸ ਦੇ ਰਿਲੇਟਡ ਆਪਾਂ ਨੂੰ ਕਿਸੇ ਨੂੰ ਵੀ ਕੋਈ ਡਾਊਟ ਹੋਵੇ ਜਾਂ ਕੁਝ ਡਿਸਕਸ਼ਨ ਕਰਨੀ ਹੋਵੇ, ਉਹ ਹੁਣ ਆਪਾਂ ਇਸ ਦੇ ਰਿਲੇਟਡ ਕਰ ਸਕਦੇ ਹਾਂ। ਹਰੀਸ਼ ਜੀ, ਐਕਸਕਿਊਜ਼ ਮੀ ਸਰ, 1 ਮਿੰਟ ਸਰ, ਮੇਰੀ ਆਵਾਜ਼ ਆ ਰਹੀ ਸਰ? ਹਾਂਜੀ ਆ ਰਹੀ ਹੈ ਵਰਿੰਦਰ ਜੀ। ਸਰ ਇੱਕ ਗੱਲ ਮੈਂਸ਼ਨ ਕਰ ਦਿਓ ਵੀ ਨੰਬਰ ਖਸਰਾ ਆਬਾਦੀ ਦੇ ਦਾ ਜ਼ਰੂਰ ਪਾਉਣ ਉਹਦੇ ਵਿੱਚ, ਨਹੀਂ ਤਾਂ ਫਿਰ ਉਹ ਮੋਟੇਸ਼ਨ ਨਹੀਂ ਹੋ ਪਾਏਗੀ, ਉਹਦੀ ਉਦਾਂ ਹੀ ਖੜਾ ਰਹਿ ਜਾਏਗਾ ਕੰਮ ਸਾਰਾ। ਓਕੇ, ਜਿਵੇਂ ਵਰਿੰਦਰ ਜੀ ਆਬਾਦੀ ਦੇ ਦਾ ਖਸਰਾ ਨੰਬਰ ਇੱਕੋ ਹੀ ਹੋਊਗਾ, ਵੱਡਾ ਖਸਰਾ ਨੰਬਰ ਹੈ ਨਾ? ਹਾਂਜੀ ਹਾਂਜੀ, ਉਹ ਨੰਬਰ ਜ਼ਰੂਰ ਵਿੱਚ ਵੀ ਉਹ ਸਨਦ ਦੇ ਵਿੱਚ ਆਪਾਂ ਜਦੋਂ ਜਾਰੀ ਕਰਨਾ ਨਾ ਉਹ ਨੰਬਰ ਜ਼ਰੂਰ ਪਾਣਾ, ਉਹ ਨੰਬਰ ਪਾ ਦਿੰਨੇ ਆ ਫਿਰ ਕਿਤੇ ਨਾ ਕਿਤੇ। ਹਾਂਜੀ, ਇੱਕ ਆਪਾਂ ਨਾ ਹੁਣ ਉਹਨਾਂ ਤੋਂ ਲਿਸਟਾਂ ਲਵਾਂਗੇ ਜਦੋਂ ਵਰਿੰਦਰ ਜੀ, ਉਹਦੇ ਵਿੱਚ ਕਿਉਂਕਿ ਅਸੀਂ ਤਾਂ ਪਾਤੇ ਸਰ, ਅਸੀਂ ਪਾਤੇ ਹੋਏ ਆ, ਮੈਂ ਹੈਬੋਵਾਲ, ਰਾਜਪੁਰਾ ਤੇ ਬਾੜੇ ਵਾਲੇ ਚ ਅਸੀਂ ਪਾਤੇ। ਉਸ ਤੋਂ ਬਿਨਾਂ ਤਾਂ ਸਰ ਉਹ ਸਨਦ ਦਾ ਕੋਈ ਫਾਇਦਾ ਨਹੀਂ, ਉਹ ਤਾਂ ਪਹਿਲਾਂ ਵੀ ਲਾਲ ਲਕੀਰ ਦੇ ਅਸੀਂ ਸਰਟੀਫਿਕੇਟ ਜਾਰੀ ਕਰਦੇ ਸੀ, ਪਰ ਉਹ ਨੰਬਰ ਖਸਰਾ ਨਹੀਂ ਅਸੀਂ ਪਾ ਸਕਦੇ ਹੁੰਦੇ ਸੀ। ਹੁਣ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਾਂ ਮੁਤਾਬਕ ਆਪਾਂ ਇੰਤਕਾਲ ਉਹਨਾਂ ਦੇ ਲੋਕਾਂ ਨੂੰ ਤਾਂ ਹੀ ਫਾਇਦਾ ਹੋਣਾ, ਤਾਂ ਹੀ ਲੋਨ ਮਿਲਣੇ ਆ ਜੇ ਉਹਦੇ ਵਿੱਚ ਨੰਬਰ ਖਸਰਾ ਹੋਊਗਾ, ਤੇ ਮੋਟੇਸ਼ਨਾਂ ਵੀ ਉਹਦੀਆਂ ਤਾਂ ਹੀ ਹੋਣੀਆਂ ਨੇ ਸਰ। ਚਲੋ ਉਹ ਆਪਾਂ ਨੰਬਰ ਖਸਰਾ ਪਵਾ ਕੇ ਨਾ ਇੱਕ ਤਾਂ ਡਿਸਪਲੇ ਵੀ ਕਰਵਾਵਾਂਗੇ ਪਿੰਡ 'ਚ, ਇੱਕ ਆਪਾਂ ਨਾ ਲੋਕਾਂ ਨੂੰ ਇੱਕ ਵਾਰੀ ਇਹ ਕਲੀਅਰ ਕਰ ਦਈਏ ਵੀ ਹਜੇ ਤੁਹਾਡਾ ਅੰਡਰ ਪ੍ਰੋਸੈਸ ਸ਼ੁਰੂ ਹੋਈ ਹੈ, ਕਿਉਂਕਿ ਇੱਕ ਇਹ ਕਨਫਿਊਜ਼ਨ ਹੈ, ਕਈ ਲੋਕ ਉਹਨੂੰ ਰਜਿਸਟਰੀ ਸਮਝ ਰਹੇ ਹੈਗੇ ਵੀ ਸਾਡਾ ਹੁਣੇ ਤੋਂ ਨਹੀਂ, ਉਹ ਅਸੀਂ ਸਰ ਉਹ ਅਸੀਂ ਕਨਵੇ ਕਰ ਦੇਣਾ ਉਹਨਾਂ ਨੂੰ, ਤੁਸੀਂ ਨਿਸ਼ਚਿੰਤ ਹੋ ਜਾਓ। ਸਾਡੇ ਮੇਰੇ ਸਾਰੇ ਪਟਵਾਰੀ ਬਹੁਤ ਪੜ੍ਹੇ ਲਿਖੇ ਆ, ਬਹੁਤ ਹੀ ਵਧੀਆ ਮੁੰਡੇ ਨੇ ਸਾਰੇ ਜੀ, ਤੇ ਕੰਮ ਤੋਂ ਕੋਈ ਵੀ ਸਾਡਾ ਕੰਨੀ ਕਤਰਾਉਣ ਵਾਲਾ ਨਹੀਂ। ਤੁਹਾਨੂੰ ਅਸੀਂ 500 ਕਰਕੇ ਦੇ ਕੇ ਤੁਹਾਨੂੰ ਦੱਸਦਾ ਵੀ ਸਾਡਾ ਜਥੇਬੰਦੀ ਕਿੱਦਾਂ ਕੰਮ ਕਰਦੇ ਆ, ਮੇਰੇ ਪਟਵਾਰੀ ਸਾਹਿਬ ਤੇ ਕਾਨੂੰਗੋ ਜੀ। ਹਾਂਜੀ ਸਰ, ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਕੰਮ ਕੀਤਾ, ਮੈਨੂੰ ਵੀ ਇੰਨੀ ਉਮੀਦ ਨਹੀਂ ਸੀ ਵੀ ਇੰਨੀ ਤੇਜ਼ੀ ਨਾਲ ਕੰਮ ਹੋ ਜਾਊਗਾ, ਤਾਂ ਪਰ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ। ਜੀ ਸਰ, ਜੀ ਸਰ। ਹਾਂਜੀ, ਤੇ ਤੁਸੀਂ ਜਿਹੜਾ ਹੈਗਾ ਬੀਂਗ ਪ੍ਰਧਾਨ, ਇਹ ਵੀ ਮੈਨੂੰ ਬੜਾ ਵਧੀਆ ਲੱਗਿਆ ਵੀ ਤੁਸੀਂ ਸਭ ਤੋਂ ਪਹਿਲਾਂ ਗਏ, ਸਭ ਤੋਂ ਪਹਿਲਾਂ ਕੀਤਾ, ਤਾਂ ਉਦੋਂ ਬਾਅਦ ਫਿਰ ਸਾਰਿਆਂ ਨੇ ਉਵੇਂ ਫੋਲੋ ਕੀਤਾ। ਨਹੀਂ ਜੀ ਸਰ, ਜੀ ਸਰ। ਤਾਂ ਚਲੋ ਜੀ, ਹਾਂਜੀ ਹਰੀਸ਼ ਜੀ, ਜਿਹੜੇ ਆਪਣੇ 3 ਪਿੰਡ ਸੀ ਉਹਨਾਂ ਤਿੰਨਾਂ ਦੇ 500 ਹੈ ਟੋਟਲ ਜੀ? ਆਈ ਥਿੰਕ ਵਰਿੰਦਰ ਜੀ ਨੂੰ ਵੱਧ ਪਤਾ ਹੋਊ, ਮੈਨੂੰ ਲੱਗਦਾ 500 ਤੋਂ ਉੱਪਰ ਹੀ ਹੋਊਗੇ, ਕਿਉਂਕਿ ਅਸੀਂ
ਜੀ ਤਿੰਨਾਂ ਸਰ ਪਿੰਡਾਂ ਨੂੰ ਮਿਲਾ ਜੀ ਕੇ। ਅਸੀਂ ਸਰ ਹੈਬੋਵਾਲ ਦੇ 100 ਪਲੱਸ, ਰਾਜਪੁਰੇ ਦੇ 70 ਪਲੱਸ ਨੇ, ਤੇ ਜਿਹੜੇ ਦੂਸਰੇ ਨੇ ਇਹਨਾਂ ਦੇ ਸੀਗੇ ਬਾੜੇਵਾਲ ਦੇ ਬਾੜੇਵਾਲ ਦੇ ਵੀ 150 ਪਲੱਸ ਨੇ, ਤੇ ਦੁਗਰੀ ਦੇ ਜ਼ਿਆਦਾ ਨੇ ਸਭ ਨੂੰ ਜੀ ਹੂੰ ਸਨੇਤ ਦੇ ਵਿੱਚ। ਆਈ ਸਾਰੇ ਥਿੰਕ ਆਪਣੇ ਕੰਪਲੀਟ ਹੋ ਗਏ। ਬੈਲੋਵਾਲ ਵੀ ਸੀਗਾ ਪਿੰਡ ਵਿੱਚ। ਕਿਹੜਾ ਜੀ? ਹੈਬੋਵਾਲ ਵਿੱਚ ਹੀ। ਨਹੀਂ ਹਾਂਜੀ ਹੈਬੋਵਾਲ ਇੱਕ ਤਾਂ ਹੈ। ਬੈਲੋਵਾਲ ਵੀ ਸੀ ਕੋਈ। ਨਹੀਂ ਨਹੀਂ ਬਾੜੇਵਾਲ ਨਹੀਂ ਸੀ। ਸਰ ਉਹ ਨਹੀਂ ਸੀ। ਬਾੜੇਵਾਲ ਉਹਦਾ ਬਾੜੇਵਾਲ ਨਾਮ ਸੀ ਦੀ ਕਨਫਿਊਜ਼ਨ ਸੀ, ਜੀ, ਬਾੜੇਵਾਲ ਸੀ ਜੀ, ਉਹ ਬੱਲੋਵਾਲ ਨਹੀਂ ਸੀ। ਬਾੜੇਵਾਲ ਸੀ ਜੀ ਸਰ। ਹੂੰ 4 ਪਿੰਡਾਂ ਦੇ 500 ਹੋ ਗਏ, ਤੇ ਹੋਰ ਕਿੰਨੇ ਪਿੰਡਾਂ ਦੇ ਜੀ? ਹੋਰ ਟੋਟਲ ਮੁੰਨਾ ਜੀ ਅੱਗੇ ਅਜੇ ਕਲੀਅਰ ਨਹੀਂ ਹੈ, ਕਿਉਂਕਿ ਅਦਰਵਾਈਜ਼ ਤਾਂ ਵੈਸੇ ਡਰੋਨ ਦੀ ਅਵੇਲੇਬਿਲਿਟੀ ਦੇ ਅਕੋਰਡਿੰਗਲੀ ਹੁੰਦਾ ਇਹ, ਓਕੇ ਕਿਉਂਕਿ ਜਿਹੜਾ ਫਸਟ ਸਟੈਪ ਹੈ ਉਹ ਡਰੋਨ ਹੈ, ਡਰੋਨ ਤੋਂ ਮੈਪ ਬਣਨਾ ਹੈਗਾ। ਤਾਂ ਹੁਣ ਉਹ ਦੇਖਦੇ ਆ ਕਿ ਕੀ ਅੱਗੇ ਹੁੰਦਾ ਹੈਗਾ, ਕਿੱਦਾਂ ਹੁੰਦਾ ਹੈਗਾ, ਕਿਉਂਕਿ ਇੱਕ ਵਾਰੀ ਆਪਣੇ ਕੋਲੇ 4 ਪਿੰਡਾਂ ਦਾ ਹੀ ਸੀਗਾ ਜਿਹੜਾ ਵੀ ਕੋਈ ਡਾਟਾ ਸੀਗਾ, ਆਈ ਥਿੰਕ ਉਹ ਸਾਰਾ ਹੋ ਗਿਆ, ਜਿਹੜਾ ਇੱਕ ਵਾਰੀ ਆਪਣੇ ਕੋਲੇ ਕਾਰਪੋਰੇਸ਼ਨ ਨੇ ਸਰਵੇ ਕੀਤਾ ਸੀ। ਇਹ ਕਲੈਰਿਟੀ ਜ਼ਰੂਰੀ ਹੈ ਪਬਲਿਕ ਨੂੰ ਸਰ, ਵੀ ਇਹ ਸਰਟੀਫਿਕੇਟ ਨਹੀਂ ਹੈ, ਇਹ ਜ਼ਰੂਰੀ ਹੈ ਬਸ ਕਲੈਰਿਟੀ। ਮਤਲਬ ਉਹਦੇ ਵਿੱਚ ਇਹ ਹੈ ਕਿ ਅਸੀਂ ਵੈਸੇ ਤਾਂ ਉਹਦੇ ਵਿੱਚ ਕਲੀਅਰ ਕਰਤਾ ਕਿ ਨੀਚੇ 90 ਦਿਨਾਂ ਦਾ ਟਾਈਮ ਦਾ ਕਲੀਅਰ ਕਰਤਾ, ਉਹਦੇ ਵਿੱਚ ਜਿਹੜਾ ਲਿਖਿਆ ਹੋਇਆ ਉਹਦੇ ਨੀਚੇ ਵੀ ਲਿਖਿਆ ਵੀ ਇਹ ਫਾਰਮ B ਹੈਗਾ, ਇਹਨਾਂ ਰੂਲਸ ਆ। ਤਾਂ ਮਤਲਬ ਲੋਕਾਂ ਨੂੰ ਵੈਸੇ ਤਾਂ ਅਸੀਂ ਕਲੀਅਰ ਕਰ ਦਿੱਤਾ, ਪਰ ਫਿਰ ਵੀ ਚਲੋ ਜਦੋਂ ਆਪਣੇ ਪਟਵਾਰੀ ਸਾਹਿਬਾਨ ਜਾਣਗੇ ਜਾਂ ਜਦੋਂ ਵੀ ਉਹ ਡਿਸਟ੍ਰੀਬਿਊਸ਼ਨ ਹੋਊਗਾ, ਤਾਂ ਆਈ ਥਿੰਕ ਉਦੋਂ ਵੀ ਆਪਾਂ ਨਾਲ ਹੀ ਕਨਵੇ ਕਰ ਦਾਂਗੇ ਵੀ ਤੁਹਾਨੂੰ ਜਿਹੜੇ ਪੱਕੇ ਮਾਲਕੀ ਦੇ ਹੱਕ ਹੈ ਵੀ 90 ਦਿਨਾਂ ਬਾਅਦ ਮਿਲਣਗੇ, ਜਾਂ 90 ਦਿਨਾਂ ਬਾਅਦ ਤੁਸੀਂ ਇਤਰਾਜ਼ ਇਹਦਾ ਦੇ ਸਕਦੇ ਹੋ, ਉਦੋਂ ਬਾਅਦ ਤੁਹਾਡੀ ਫਾਈਨਲ ਜਮ੍ਹਾਂਬੰਦੀ ਹੋਊਗੀ। ਕਿਉਂਕਿ ਇਹਦੇ ਵਿੱਚ ਇਹ ਹੈ ਨਾ, ਜੇ ਕਿਸੇ ਨੇ ਇਹ ਵੀ ਪੁਆਇੰਟ ਹੈ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਅੱਗੇ ਰਜਿਸਟਰੀ ਕਰਾਉਣੀ ਆ ਆਪਦੇ ਮੁੰਡੇ ਨੂੰ ਜਾਂ ਕਿਸੇ ਨੂੰ ਵੀ, ਤਾਂ ਉਹ ਹੁਣੇ ਹੀ ਕਹਿ ਸਕਦਾ, ਉਹ 90 ਦਿਨਾਂ ਚ ਤਾਂ ਬਿਨਾਂ ਕੋਈ ਪੈਸਾ ਦਿੱਤੇ ਹੁਣੇ ਹੀ ਕਹਿ ਦੇ ਵੀ ਇਹ ਦੇਖੋ ਜੀ ਇਹ ਜ਼ਮੀਨ ਮੇਰੀ ਨਹੀਂ ਹੈਗੀ, ਮੇਰੇ ਮੁੰਡੇ ਦੇ ਨਾਮ ਤੇ, ਵੀ ਇਹ ਮੇਰੇ ਮੁੰਡੇ ਦਾ ਨਾਮ ਪਾ ਦਿਓ ਇੱਥੇ। ਹੁਣ ਤਾਂ ਆਪਾਂ ਫ੍ਰੀ ਆਫ ਕੋਸਟ ਹੀ ਪਾ ਦਾਂਗੇ ਉਸ ਦੇ ਵਿੱਚ। ਹਾਂਜੀ ਹਾਂ, ਤਾਂ ਇਸ ਕਰਕੇ ਇਹ ਵਾਲੇ 90 ਦਿਨਾਂ ਦੇ ਵਿੱਚ ਤਾਂ ਉਹ ਬੰਦੇ ਈਜ਼ੀਲੀ ਜਿਹੜਾ ਵੀ ਕੋਈ ਚੇਂਜ ਕਰਾਉਣਾ ਹੈ, ਬਾਅਦ ਜਿਹੜਾ ਰਜਿਸਟਰੀ ਨਾਲ ਚੇਂਜ ਕਰਾਉਣਾ ਉਹਨੂੰ ਵੈਸੇ ਹੀ ਫ੍ਰੀ ਆਫ ਕੋਸਟ ਹੁੰਦਾ ਹੈ। ਨਹੀਂ ਸਰ, ਫਿਰ ਉਹਨੂੰ ਚੇਂਜ ਕਿਵੇਂ ਹੋ ਜਾਊਗਾ, ਹਲੇ ਮਾਲਕੀ ਤਾਂ ਉਹਦੀ ਹੋਈ ਨਹੀਂ ਜੀ, ਹਲੇ ਨਹੀਂ ਪਵਾ ਸਕਦਾ। ਨਹੀਂ ਜੀ, ਨਹੀਂ, ਜੇ ਇਤਰਾਜ਼ ਦੇ ਦੇ ਜੀ ਬੰਦਾ, ਮੰਨ ਲਓ ਇੱਕ ਆਪਾਂ ਫਾਦਰ ਦਾ ਨਾਮ ਲਿਖਿਆ, ਉਹ ਕਹਦੇ ਜੀ ਵੀ ਮੈਂ ਤਾਂ ਉਹੀ, ਮੈਂ ਨਹੀਂ, ਮੇਰੇ ਮੁੰਡੇ ਦੇ ਨਾਮ ਤੇ ਇਹ ਜਮ੍ਹਾਂਬੰਦੀ ਚ ਇਤਰਾਜ਼ ਕੀਤਾ ਜਾਵੇ, ਜੇ ਆਪਾਂ ਨੂੰ ਲਿਖ ਕੇ ਐਫੀਡੇਵਿਟ ਦੇ ਦਿੰਦਾ ਤਾਂ ਫਿਰ ਆਪਾਂ ਨੂੰ ਆਈ ਥਿੰਕ ਕੋਈ ਦਿੱਕਤ ਨਹੀਂ, ਆਪਾਂ ਉਹਦੇ ਮੁੰਡੇ ਦੇ ਨਾਮ ਤੇ ਕਰ ਦਿੰਦੇ। ਹਾਂ ਪੋਸਿਬਿਲਿਟੀ ਹੈਗੀ ਹੈ ਜੀ, ਠੀਕ ਹੈ। ਹਾਂਜੀ, ਜਾਂ ਕਿਸੇ ਨੇ ਵਾਈਫ ਸਰ ਇਹਦੇ ਵਿੱਚ ਸਰ ਇੱਕ ਸਬਮਿਸ਼ਨ ਸੀਗੀ ਸਰ। ਹਾਂਜੀ ਸਰ ਇਹਦੇ ਵਿੱਚ ਜੇ ਆਪਾਂ ਡੀਪੀਆਰ ਨੂੰ ਕਹਿ ਕੇ ਸਰ ਆਪਾਂ ਇਹਨੂੰ ਮੀਡੀਆ ਦੇ ਵਿੱਚ ਵੀ ਦਈਏ ਸਰ, ਥੋੜਾ ਜਿਹਾ ਡੀਸੀ ਸਾਹਿਬ ਵੱਲੋਂ ਜੇ ਚਲਾ ਜਾਵੇ ਤੇ ਲੋਕੀ ਚਲੋ ਉਸ ਵੱਲ ਅਵੇਅਰ ਹੋ ਜਾਣਗੇ ਇਹਨਾਂ ਚੀਜ਼ਾਂ ਬਾਰੇ, ਵੀ ਜਿਹੜਾ ਸਰਟੀਫਿਕੇਟ ਹੈਗਾ ਵੀ ਇਹ ਐਕਚੁਅਲ ਦੇ ਵਿੱਚ ਆਪਣੀ ਜਿਹੜੀ ਰਿਕਾਰਡ ਆਫ ਰਾਈਟ ਨਹੀਂ ਹੈਗਾਗਾ। ਨਹੀਂ ਇੱਕ ਮਿੰਟ ਸਰ ਸਰ ਅਸੀਂ ਗਵਰਨਮੈਂਟ ਦੇ ਰੂਲ ਫਾਲੋ ਕਰ ਰਹੇ ਆ, ਉਹਦਾ ਦਿੱਤਾ ਬੈਨੀਫਿਟ ਲੋਕਾਂ ਤੱਕ ਪਹੁੰਚਾਉਣਾ ਹੈ। ਇਹਦੇ ਨਾਲ ਤਾਂ ਸਰ ਸਾਡੀ ਤਾਂ ਨੈਗੇਟਿਵਿਟੀ ਜਾਊਗੀ, ਗਵਰਨਮੈਂਟ ਦੀ ਵੀ ਨੈਗੇਟਿਵਿਟੀ ਚਲੇ ਜਾਊਗੀ। ਹਾਂ, ਮਤਲਬ ਨੈਗੇਟਿਵ ਪੁਆਇੰਟ ਨਾ ਸ਼ੋ ਕਰੀਏ ਆਪਾਂ, ਨੈਗੇਟਿਵ ਪੁਆਇੰਟ ਨਾ ਸ਼ੋ ਕਰੀਏ ਸਰ। ਨੈਗੇਟਿਵਿਟੀ ਹੈ ਨਹੀਂ, ਸਾਡੇ ਕੋਲੇ ਇੱਕ ਇਹਦਾ ਪ੍ਰਾਵਧਾਨ ਹੈ ਵੀ 90 ਦਿਨਾਂ ਦਾ ਅਸੀਂ ਟਾਈਮ ਦਿੱਤਾ, ਜੇ ਕਿਸੇ ਨੂੰ ਇਤਰਾਜ਼ ਆ ਉਸ ਤੋਂ ਬਾਅਦ ਅਸੀਂ ਉਹਨੂੰ ਰਜਿਸਟਰਡ ਕਰਨ ਦੇ ਲਈ ਬਾਧਿਆ ਵਾ। ਉਹ ਸਾਨੂੰ ਜਿਹੜਾ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਹਨਾਂ ਨੇ ਕਾਨੂੰਨ ਦੇ ਮੁਤਾਬਕ, ਅਸੀਂ ਉਹਨੂੰ ਰਜਿਸਟਰਡ ਕਰਨਾ 90 ਦਿਨਾਂ ਦੇ ਵਿੱਚ। ਜੇ ਸਾਡੇ ਕੋਲੇ ਕੋਈ ਇਤਰਾਜ਼ ਨਹੀਂ ਹੈਗਾ, ਜੇ ਸਾਨੂੰ ਬੰਦਾ ਨਹੀਂ ਦਿੰਦਾ, ਪਰ ਅਸੀਂ 90 ਦਿਨਾਂ ਦਾ ਪੀਰੀਅਡ ਉਹਦਾ ਪੂਰਾ ਕਰਨਾ ਹੀ ਕਰਨਾ ਹੈ। ਨਹੀਂ ਤਾਂ ਤੁਸੀਂ ਗੱਲ ਕਰੋ, ਮੈਂ ਹੈਬੋਵਾਲ ਦੇ ਸਾਰੇ ਬੰਦਿਆਂ ਤੋਂ ਲਿਖਾ ਦਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਆਪਾਂ ਕੱਲ ਰਜਿਸਟਰੀ ਕਰ ਸਕਦੇ ਆ, ਨਹੀਂ ਕਰ ਸਕਦੇ। 90 ਦਿਨਾਂ ਦਾ ਜ਼ਰੂਰੀ ਹੈ ਜੀ। ਹਾਂਜੀ, ਤਾਂ ਉਹ ਸਰ ਉਹਦੇ ਵਿੱਚ ਹੀ ਆ ਗਿਆ ਸਰ, ਫਿਰ ਉਹਦੇ ਵਿੱਚ ਹੀ ਆ ਗਿਆ। ਹਾਂ, ਮੈਂ ਵੀ ਐਂ ਕਹਿ ਰਿਹਾ ਕਿ ਇਹਦੀ ਨੈਗੇਟਿਵ ਪਬਲਿਸਿਟੀ ਨਾ ਕਰੀਏ ਆਪਾਂ ਬਲਕਿ ਉਹ ਕਰ ਦਿੰਦੇ ਆ ਲੋਕਾਂ ਨੂੰ, ਵੈਸੇ ਤਾਂ ਕਲੀਅਰ ਹੀ ਹੈ। ਤੇ ਜੇ ਬਾਈ ਚਾਂਸ ਜੇ ਹੁਣ ਆਪਾਂ ਮੰਨ ਲਓ 500 ਵੰਡੇ ਆ, 3-4 ਬੰਦੇ ਆਪਣੇ ਕੋਲ ਆ ਵੀ ਜਾਂਦੇ ਆ ਸਾਡੇ ਕੋਲ ਹੀ, ਜਿਵੇਂ ਹੁਣ ਸਬ ਰਜਿਸਟਰ ਵੈਸਟ ਦਾ ਮੇਰੇ ਕੋਲ ਹੀ ਹੈ, ਤਾਂ ਉਹਨਾਂ ਨੂੰ ਸਮਝਾਇਆ ਜਾ ਸਕਦਾ 4-5 ਬੰਦਿਆਂ ਨੂੰ। ਨਹੀਂ, ਅਸੀਂ ਸਰ ਪਹਿਲਾਂ ਹੀ ਕਹਿਤਾ ਹੋਇਆ ਉਹਨਾਂ ਨੂੰ ਵੀ 90 ਦਿਨਾਂ ਦਾ ਇਹਦਾ ਪ੍ਰੋਸੈਸ ਪੀਰੀਅਡ ਹੈ, ਵੀ ਉਸ ਤੋਂ ਬਾਅਦ ਤੁਹਾਡੀ ਰਜਿਸਟਰੀ ਹੋਣੀ ਹੈ। ਹਾਂਜੀ ਬਿਲਕੁਲ। ਉਹਦੇ ਨਾਲ ਤਾਂ ਫਿਰ ਸਾਡੀ ਨੈਗੇਟਿਵਿਟੀ ਚਲੇ ਜਾਊਗੀ ਨਾ ਜੀ, ਉਹਦੇ ਵਿੱਚ ਪਬਲਿਕ ਦੇ ਵਿੱਚ, ਸਰਕਾਰ ਦੀ ਵੀ ਸਾਡੀ ਵੀ ਸਰ। ਹਾਂ, ਨਹੀਂ ਠੀਕ ਹੈ ਤੁਹਾਡੀ ਗੱਲ, ਕਿ ਆਪਾਂ ਇੱਕ ਵਾਰੀ ਉਹ ਸਰਟੀਫਿਕੇਟ ਦੇ ਦਿੰਨੇ ਆ, ਉਹਦੇ ਤੇ ਵੈਸੇ ਤਾਂ ਕਲੀਅਰ ਹੀ ਹੈ, ਲਿਖਿਆ ਹੀ ਹੋਇਆ ਵੀ 90 ਦਿਨਾਂ ਦੇ ਇਤਰਾਜ਼ ਵਾਲੀ ਲਾਈਨ ਵਿੱਚ ਪਾਈ ਵੀ ਹੈ ਆਪਾਂ। ਤਾਂ ਅਲੱਗ ਤੋਂ ਜੇ ਆਪਾਂ ਉਹਨਾਂ ਨੂੰ ਹੁਣੇ ਦੱਸਾਂਗੇ ਵੀ ਫਿਰ ਉਹਨੂੰ ਐਂ ਲੱਗਦਾ ਲੋਕਾਂ ਨੂੰ ਵੀ ਇਹ ਸਾਨੂੰ ਦੇ ਰਹੇ ਆ, ਪਰ ਇਹਦੀ ਵੈਲਿਊ ਕੋਈ ਨਹੀਂ। ਹਾਂਜੀ ਸਰ, ਬਿਲਕੁਲ ਸਰ, ਬਿਲਕੁਲ ਜੀ। ਹਾਂ, ਫਿਰ ਉਹ ਆਪਣੀ ਵੀ ਜਿਹੜੀ ਐਕਟੀਵਿਟੀ ਆਪਾਂ ਕੀਤੀ ਉਹ ਵੀ ਖਰਾਬ ਹੋ ਜਾਂਦੀ ਹੈ ਜੀ ਸਰ, ਜਿਹੜੀ ਆਪਾਂ ਇੰਨੀ ਮਿਹਨਤ ਵੀ ਕਰ ਰਹੇ ਹਾਂ। ਐਟਲੀਸਟ ਚਲੋ ਇੱਕ ਬੰਦਿਆਂ ਨੂੰ ਹੌਸਲਾ ਹੋ ਜਾਊਗਾ ਵੀ ਸਾਡੇ ਨਾਮ ਤੇ ਪ੍ਰਾਪਰਟੀ ਹੋਣ ਲੱਗੀ ਹੈ। ਜਿਹੜੇ ਹੁਣ ਲੋਕ 30 ਸਾਲਾਂ ਦੇ ਵੇਟ ਕਰ ਰਹੇ ਆ, ਤਾਂ 3 ਮਹੀਨੇ ਹੋਰ ਵੇਟ ਕਰ ਲੈਣਗੇ, ਉਹ ਤਾਂ ਕੋਈ ਵੱਡੀ ਗੱਲ ਨਹੀਂ। ਹਾਂਜੀ ਸਰ, ਹਾਂਜੀ। ਤਾਂ ਚਲੋ ਇਹ ਇੱਕ ਜਿਹੜਾ ਪਹਿਲਾ ਆਪਾਂ ਡਿਸਕਸ਼ਨ ਕਰਨੀ ਸੀਗੀ। ਸੈਕੰਡਲੀ ਤਾਂ ਬਸ ਆਪਾਂ ਇੱਕ ਨਾ ਅਸੀਂ
ਮੈਂ ਗਰੁੱਪ 'ਚ ਵੀ ਪਾਇਆ ਸੀ, ਅਸੀਂ ਇੱਕ ਸਬ ਰਜਿਸਟਰਾਰ ਆਫਿਸ ਵੱਲੋਂ ਨਾ ਕੈਲੰਡਰ ਛਪਵਾਇਆ ਸੀਗਾ, ਹਾਂਜੀ ਸਰ। ਉਹ ਫੋਟੋਆਂ ਲਗਾ ਕੇ। ਤੇ ਮੈਂ ਸੋਚ ਰਿਹਾ ਸੀ ਵੀ ਆਪਾਂ ਇੱਕ ਤਹਿਸੀਲ ਵੱਲੋਂ ਵੀ, ਜਿਵੇਂ ਵੈਸੇ ਤਾਂ ਆਪਣੀ ਡਿਸਟ੍ਰਿਕਟ ਲੈਵਲ ਦੀ ਜਿਵੇਂ ਪਟਵਾਰੀ ਯੂਨੀਅਨ ਨੇ ਡਾਇਰੀ ਵੀ ਛਪਵਾਉਂਦੇ ਹੁੰਦੇ, ਤਾਂ ਤੁਸੀਂ ਛਪਵਾਈ ਵੀ ਹੈ ਮੈਨੂੰ ਲੱਗਦਾ ਵਰਿੰਦਰ ਜੀ, ਹੈ ਨਾ? ਹਾਂਜੀ ਹਾਂਜੀ, ਸਾਰਾ ਕੁਝ ਹੈ ਜੀ ਸਾਡੇ ਕੋਲ, ਕੈਲੰਡਰ ਵੀ ਤਾਂ ਤੁਹਾਨੂੰ ਇਸ਼ੂ ਕਰ ਰਹੇ ਹਾਂ ਜੀ ਇੱਕ ਦੇ ਇੱਕ ਅਸੀਂ ਪਰ ਨਾ ਤਹਿਸੀਲ ਦਾ ਵੀ ਇੱਕ ਛੋਟਾ ਜਿਹਾ ਆਪਾਂ ਬਣਾ ਕੇ, ਤੇ ਜਿਹਦੇ 'ਚ ਹਾਂਜੀ। ਆਪਣੇ ਆਪਣੇ ਸਾਰੇ ਬੰਦਿਆਂ ਦੇ ਨਾਮ ਹੋਣ, ਤੇ ਮੈਂ ਤਾਂ ਸੋਚ ਰਿਹਾ ਫੋਟੋਜ਼ ਵੀ ਹੋਣ। ਨਹੀਂ ਸਰ, ਉਹ ਫੋਟੋ ਦੇ ਨਾਲ ਫਿਰ ਰੌਲਾ ਪੈਂਦਾ ਜੀ, ਜੇ ਤੁਸੀਂ ਲਾਓਗੇ ਪ੍ਰਧਾਨ ਦੀ ਫੋਟੋ ਤੇ ਉਹ ਜਿਹੜਾ ਕੋਈ ਪਟਵਾਰੀ ਸਾਡਾ ਰਹਿ ਜਾਊਗਾ ਉਹਨੇ ਕਹਿਣਾ ਆਪਣੀਆਂ ਫੋਟੋਆਂ ਲਵਾਉਂਦੇ, ਕੋਈ ਕਾਨੂੰਗੋ ਦੀ ਇੱਕ ਦੀ ਲਾਵਾਂਗੇ। ਨਹੀਂ, ਅਸੀਂ ਸਾਰਿਆਂ ਦੀ ਲਾਵਾਂਗੇ, ਜੇ ਲਾਵਾਂਗੇ ਤਾਂ ਪ੍ਰਧਾਨ ਦੀ ਨਹੀਂ ਲਾਉਂਦੇ, ਨਾ ਹੀ ਅਸੀਂ ਲਿਖੀਏ ਵੀ ਪ੍ਰਧਾਨ ਨਹੀਂ ਦੀ, ਮੈਂ ਉਹੀ ਅਸੀਂ ਕਹਿੰਦਾ ਤਾਂ ਜੀ, ਏਰੀਆ ਸਹੀ ਲਿਖਾਂਗੇ। ਗੱਲ ਹੈ ਜੀ। ਹਾਂਜੀ ਹਾਂਜੀ ਸਰ, ਉਹਦੇ ਨਾਲ ਆਪਾਂ ਦੇਖ ਲੈਂਦੇ ਹਾਂ। ਹਾਂ ਤੁਸੀਂ, ਅਸੀਂ ਤਾਂ ਡੈਜ਼ਿਗਨੇਸ਼ਨ ਲਿਖਾਂਗੇ ਇਕੱਲੀ। ਚਲੋ ਬਸ ਠੀਕ ਹੈ ਸਰ, ਫਿਰ ਕੋਈ ਨਹੀਂ ਜੀ। ਹਾਂ, ਤਾਂ ਜਿਹੜੇ ਜਿਹੜੇ ਦੇ ਦੇਣਗੇ ਉਹਨਾਂ ਦੀ ਲਾ ਦਾਂਗੇ। ਹੁਣ ਜੇ ਕਿਸੇ ਨੇ ਦਿੱਤੀ ਨਾ, ਤਾਂ ਫਿਰ ਹੁਣ ਉਹਦੀ ਚਲੋ ਠੀਕ ਹੈ ਸਰ, ਠੀਕ ਹੈ ਜੀ, ਉਹ ਲਾ ਦਾਂਗੇ। ਦੇਖ ਲੈਨੇ ਇੱਕ ਛੋਟੀ ਕੋਈ ਡਾਇਰੀ ਵੀ ਦੇਖ ਲੈਨੇ, ਜੇ ਛੋਟੀ ਜੀ ਕੁਛ, ਕੋਈ ਬਹੁਤੀ ਵੱਡੀ ਨਹੀਂ, ਤਾਂ ਉਹਦੇ ਨਾਲ ਐਟਲੀਸਟ ਇੱਕ ਰਿਕਾਰਡ ਜਿਹਾ ਰਹਿ ਜਾਊਗਾ। ਕਿਸੇ ਨੂੰ ਫੋਨ ਨੰਬਰ ਵਾਰ-ਵਾਰ ਪੁੱਛਣੇ ਪੈਂਦੇ ਆ ਇੱਧਰ ਉੱਧਰ। ਤੁਹਾਨੂੰ ਸਰ ਸਾਡੇ ਕੋਲ ਹੈਗਾ ਸਾਰਾ, ਪੂਰੇ ਸਾਡੇ ਕੋਲ ਜ਼ਿਲ੍ਹੇ ਦੇ ਨੇ ਸਾਰੇ ਪਟਵਾਰੀਆਂ ਦਾ ਰਿਕਾਰਡ ਹੈ, ਉਹਦੇ ਵਿੱਚ ਸਾਰੇ ਪਟਵਾਰੀਆਂ ਦੇ, ਕਾਨੂੰਗੋਆਂ ਦੇ, ਤਹਿਸੀਲਦਾਰ ਸਾਹਿਬ ਦੇ, ਡੀਸੀ ਸਾਹਿਬ ਦੇ, ਐਸਡੀਐਮ ਸਾਹਿਬ ਦੇ ਸਾਰੇ ਨੰਬਰ ਨੇ ਉਹਦੇ ਵਿੱਚ। ਹਾਂ, ਉਹ ਤੁਹਾਨੂੰ ਮੈਂ ਕੱਲ ਤੁਹਾਨੂੰ ਡਾਇਰੀ ਇਸ਼ੂ ਕਰਦਾ ਸਰ ਉਹ। ਠੀਕ ਹੈ ਸਰ, ਚਲੋ ਇੱਕ ਦੇਖਦੇ ਆ, ਫਿਰ ਤਹਿਸੀਲ ਵੱਲੋਂ ਵੀ ਦੇਖ ਲਾਂਗੇ ਅਸੀਂ, ਤਹਿਸੀਲ ਵੱਲੋਂ ਵੀ ਐਡੀਸ਼ਨਲ ਕਰ ਲੈਣੇ ਹੈਗੇ। ਜੀ ਸਰ ਜੀ, ਬਾਕੀ ਦੇਖ ਲੈਣੇ ਆ ਮਿਲ ਕੇ, ਜਿਵੇਂ ਹੋਊਗਾ, ਜਿਵੇਂ ਠੀਕ ਹੈ ਜੀ ਸਰ ਜੀ। ਚਲੋ ਹੋਰ ਕੋਈ ਪੁਆਇੰਟ? ਹਾਂਜੀ ਹਾਂਜੀ ਨਹੀਂ ਸਰ, ਹਰੀਸ਼ ਜੀ ਕੋਈ ਹੋਰ ਪੁਆਇੰਟ ਜਾਂ ਰਮਨ ਜੀ? ਸਰ ਇੱਕ ਪੁਆਇੰਟ ਮੇਰੇ ਵੱਲੋਂ ਹੈ ਜੀ। ਹਾਂਜੀ ਮਨਿੰਦਰ ਜੀ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ 3-4 ਪਿੰਡਾਂ ਦਾ ਸਰਵੇ ਕਰ ਲਿਆ, ਮਤਲਬ ਜੋ ਤੁਸੀਂ ਉਹਦਾ ਵਰਕ ਹੁਣ ਤੱਕ ਫਾਰਮ A B ਜਿੰਨਾ ਵੀ ਕੰਮ ਕਰਿਆ, ਪਲੀਜ਼ ਉਹ ਸ਼ੇਅਰ ਕਰ ਦਿਓ, ਤਾਂ ਜੋ ਸਾਨੂੰ ਪ੍ਰੀਲਿਮਿਨਰੀ ਸਟੱਡੀ ਦੇ ਵਿੱਚ ਥੋੜੀ ਹੈਲਪ ਹੋ ਜਾਏਗੀ ਉਸ ਚੀਜ਼ ਦੀ। ਉਹ ਵਰਿੰਦਰ ਜੀ ਤੋਂ ਤੁਹਾਨੂੰ ਸਾਰਾ ਰਿਕਾਰਡ ਮਿਲ ਜੂਗਾ, ਇਹਨਾਂ ਨੇ ਸਭ ਤੋਂ ਵੱਧ ਕੰਮ ਕੀਤਾ ਹੈ। ਮੈਂ ਸਰ ਇੱਕ ਐਕਟ ਤੇ ਉਹ ਮੈਂ ਸ਼ੇਅਰ ਕਰ ਦੂੰਗਾ ਗਰੁੱਪ 'ਚ। ਹਾਂ, ਐਕਟ ਦੀ ਕਾਪੀ ਸ਼ੇਅਰ ਕਰ ਦਿਓ, ਐਕਟ ਦੇ ਰੂਲਸ ਮੈਂ ਗਰੁੱਪ 'ਚ ਸ਼ੇਅਰ ਕਰ ਦਿੰਨੇ। ਹਾਂਜੀ ਤੇ ਉਹ ਜਿਹੜਾ ਤਹਿਸੀਲ ਵੈਸਟ ਵਾਲਾ ਜਿਹੜਾ ਗਰੁੱਪ ਹੁਣ ਫੈਮਿਲੀ ਵੈਸਟ ਵਾਲਾ ਬਣਾਇਆ ਆਪਾਂ ਨਵਾਂ, ਉਹਦੇ 'ਚ ਕਰ ਦਿੰਨੇ। ਤੇ ਜਿਹੜਾ ਕੰਮ ਕੀਤਾ ਹੈਗਾ ਉਹ ਵਰਿੰਦਰ ਜੀ ਤੁਹਾਡੇ ਨਾਲ ਸ਼ੇਅਰ ਕਰ ਦੇਣਗੇ। ਠੀਕ ਹੈ ਸਰ, ਠੀਕ ਹੈ। ਇਸ ਤਰ੍ਹਾਂ ਹੈ ਸਰ, ਵੀ ਪਹਿਲਾਂ ਤਾਂ ਉਹਦਾ ਨੰਬਰ ਦਾ ਅਸੀਂ ਦੇਖ ਲਿਆ ਵੀ ਆਹ ਨੰਬਰ ਦੇ ਵਿੱਚ ਅੰਦਰ ਦਾ ਏਰੀਆ ਉਹਨਾਂ ਨੇ ਸਾਨੂੰ ਦਿੱਤਾ ਹੈ। ਉਹਦੀਆਂ ਮੈਂ ਤਾਂ ਜੋ ਮੈਂ ਆਪਣੇ ਦਿਮਾਗ ਦੇ ਨਾਲ ਅਸੀਂ ਕੰਮ ਕੀਤਾ, ਉਹਦੀਆਂ ਮੈਂ ਡਾਇਮੈਂਸ਼ਨਾਂ ਸੈੱਟ ਕਰਨੀਆਂ ਵੀ ਇਹ ਇਸ ਤੋਂ ਵੱਧ ਫਰੰਟ ਨਹੀਂ ਜਾ ਸਕਦਾ ਕਿਸੇ ਨੂੰ ਵੀ, ਇੰਨਾ ਜਿੰਨਾ ਵੀ ਹੈਗਾ ਵਾ ਕਰਮਾਂ ਦੇ ਹਿਸਾਬ ਦੇ ਨਾਲ ਮੈਂ ਫੁੱਟ ਬਣਾ ਲਏ, ਤਾਂ ਅਸੀਂ ਉਹ ਫਰੰਟ ਤੋਂ ਵੱਧ ਨਹੀਂ ਗਏ। ਜਿੰਨਾ ਉਹਦਾ ਟੋਟਲ ਰਕਬਾ ਮੈਂ ਮੈਂਸ਼ਨ ਕਰ ਲਿਆ, ਤੇ ਉਹ ਮੈਂ ਗਲੀਆਂ ਆਪ ਲਗਾ ਲਈਆਂ ਉਹਦੇ ਵਿੱਚ, ਤੇ ਕੱਲੇ ਘਰ ਦੇ ਵਿੱਚ ਮੈਂ ਤਾਂ ਮਿਹਨਤੀ ਕੀਤੀ ਹੈ। ਪਰ ਪਿੰਡਾਂ ਦੇ ਵਿੱਚ ਇਹਨਾਂ ਨੂੰ ਇੰਨੀ ਦਿੱਕਤ ਨਹੀਂ ਆਣੀ, ਉੱਥੇ ਵੱਡੇ ਘਰ ਹੁੰਦੇ ਆ ਤੇ ਲੋਕਾਂ ਦਾ ਕਬਜ਼ਾ ਪਤਾ ਹੀ ਹੁੰਦਾ ਵੀ ਕਿਹਦਾ ਵਾ। ਇਹ ਸ਼ਹਿਰਾਂ 'ਚ ਸੀ ਪ੍ਰੋਬਲਮ ਆ ਸਕਦੀ ਸੀ, ਪਰ ਆਪਾਂ ਉਹਨੂੰ ਸੋਲਵ ਕਰ ਲਿਆ ਇਸ ਤਰ੍ਹਾਂ ਵੀ ਮੈਂ ਕੱਲੇ ਘਰ ਦੇ ਵਿੱਚ ਜਾ ਕੇ ਉਹਦੀ ਡਾਇਮੈਂਸ਼ਨ ਆਪ ਨਾਪੀ, ਤੇ ਉਹਦੇ ਫਰੰਟ ਆਪ ਨਾਪ ਕੇ ਵੀ ਉਸ ਤੋਂ ਉੱਪਰ ਨਾ ਜਾਵਾਂ। ਜਿਹੜੇ ਛੱਡੇ ਹੋਏ ਸੀ ਅਸੀਂ ਪਾਏ, ਜਿਹੜੇ ਉਹਨਾਂ ਨੇ ਨੰਬਰਿੰਗ ਵਾਲੇ ਮਾਰਕ ਕਰਤੇ ਸੀ, ਜਿੱਦਾਂ ਗੜੇ ਗੁੜਿਆਂ ਦੇ ਉੱਪਰ ਵੀ ਲਿਖ ਲਏ ਸੀ ਲੋਕਾਂ ਦੇ 30 ਗਜ, ਉਹ ਮੈਂ ਕੱਟਤੇ ਸੀ ਸਰ ਵੀ ਇਹ ਨੰਬਰ ਦੇ ਵਿੱਚ ਆਉਂਦੇ ਆ, ਵੀ ਇਹ ਨਹੀਂ ਹੋ ਸਕਦੇ। ਇਸ ਲਈ ਪਟਵਾਰੀ ਸਾਹਿਬ ਨੂੰ ਇਹ ਮੈਂ ਦੱਸ ਰਿਹਾ ਵਾਂ ਵੀ ਤੁਹਾਨੂੰ ਉੱਥੋਂ ਕਰਮਾਂ ਤੋਂ ਜਦੋਂ ਆਪਣੇ ਕੋਲੇ ਲੱਠਾ ਆਊਗਾ, ਉਹ ਤੋਂ ਪਤਾ ਲੱਗ ਜਾਂਦਾ ਵੀ ਇੰਨੇ ਫੁੱਟ ਤੋਂ ਬਾਅਦ ਲਾਲ ਲਕੀਰ ਸ਼ੁਰੂ ਹੁੰਦੀ ਹੈ, ਤਾਂ ਅਸੀਂ ਫਿਰ ਉੱਥੋਂ ਹੀ ਆਪਣਾ ਕੰਮ ਸ਼ੁਰੂ ਕਰਦੇ ਹਾਂ। ਡਰੋਨ ਰਾਹੀਂ ਵੀ ਨਕਸ਼ਾ ਬਣਿਆ ਹੋਊਗਾ, ਪਰ ਜਦੋਂ ਆਪਾਂ ਫੀਲਡ ਦੇ ਵਿੱਚ ਜਾਵਾਂਗੇ ਤਾਂ ਉਦੋਂ ਆਪਾਂ ਨੂੰ ਪਤਾ ਲੱਗ ਜੂਗਾ। ਬਿਲਕੁਲ ਜੀ। ਤਾਂ ਬਾਕੀ ਨਾ ਐਵੇਂ ਕਰਦੇ ਆ, ਆਪਾਂ ਇਹ ਵਾਲੀ ਮੀਟਿੰਗ ਰਿਕਾਰਡ ਵੀ ਕਰ ਲਈ ਹੈ ਸਾਰਾ, ਇਸ ਦੇ ਲਾਲ ਲਕੀਰ ਦੇ ਰਿਲੇਟਡ ਜਿਹੜਾ ਹੈਗਾ, ਤਾਂ ਇਹਦੇ ਵਿੱਚ ਵਰਿੰਦਰ ਜੀ ਦੇ ਵੀ ਸਾਰੇ ਆ ਗਿਆ। ਤੇ ਪਲੱਸ ਆਪਾਂ ਕੀ ਕਰਾਂਗੇ, ਇਹਦੇ ਵਿੱਚ ਮੈਂ ਉਹ ਸ਼ੇਅਰ ਕਰ ਦਿੰਨਾ। ਪਟਵਾਰੀ ਸਾਹਿਬ ਤੁਸੀਂ ਵਰਿੰਦਰ ਜੀ ਉਹ ਕਰ ਦਿਓ ਸ਼ੇਅਰ, ਜਿਹੜੇ ਵੀ ਤੁਹਾਡੀ ਉਹ ਲਿਸਟ ਬਣੀ ਹੋਊਗੀ ਨਾ ਗਰੁੱਪ 'ਚ ਪਾ ਦਿਓ। ਹਾਂਜੀ ਸਰ, ਠੀਕ ਹੈ ਸਰ, ਠੀਕ ਹੈ ਜੀ। ਤੇ ਬਾਕੀ ਮੀਟਿੰਗ ਦੀ ਰਿਕਾਰਡਿੰਗ ਵੀ ਮੈਂ ਵਿੱਚ ਹੀ ਪਾ ਦਿੰਦਾ ਹੈਗਾ ਗਰੁੱਪ ਦੇ, ਹਾਂਜੀ ਪਾ ਦਿਓ ਸਰ, ਠੀਕ ਹੈ ਸਰ। ਚਲੋ ਠੀਕ ਹੈ ਜੀ ਨੈਬ ਸਾਹਿਬ, ਫਿਰ ਠੀਕ ਹੈ ਜੀ। ਮੈਂ ਕਰ ਲਾਂ ਸਰ, ਬਿੰਦਰਾ ਸਰ ਨੇ ਲੈਣ ਤੇ ਮੈਂ ਗੱਲ ਕਰ ਲਾਂ। ਠੀਕ ਹੈ ਜੀ, ਓਕੇ, ਥੈਂਕ ਯੂ ਜੀ ਸਾਰਿਆਂ ਦਾ ਜੁਆਇਨਿੰਗ ਲਈ। ਮਿਲਦੇ ਆ ਫਿਰ। ਓਕੇ, ਥੈਂਕ ਯੂ ਸਰ, ਓਕੇ ਜੀ, ਥੈਂਕ ਯੂ।